Good morning, students. I hope you all are fit and fine. ਅੱਜ ਆਪਾਂ ਮੈਕਰੋ ਇਕਨੋਮਿਕਸ ਦਾ ਟੌਪਿਕ ਡਿਸਕਸ ਕਰਾਂਗੇ ਜਿਹਦਾ ਨਾਮ ਆ ਕੰਜ਼ੰਪਸ਼ਨ ਫੰਕਸ਼ਨ। ਕੰਜ਼ੰਪਸ਼ਨ ਮੀਨਸ ਕੀ ਆ? ਕੋਈ ਗੁੱਡਸ ਨੂੰ ਕੰਜ਼ਿਊਮ ਕਰਨਾ। ਜਿਸ ਤਰ੍ਹਾਂ ਆਪਾਂ ਸਾਰੇ ਹੀ ਕੰਜ਼ਿਊਮਰ ਆ, ਆਪਾਂ ਆਪਣੀ ਡੇਲੀ ਲਾਈਫ ਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਕੰਜ਼ਿਊਮ ਕਰਦੇ ਆ, ਤਾਂ ਉਹ ਕੀ ਆ? ਕੰਜ਼ੰਪਸ਼ਨ ਆ। ਕੰਜ਼ੰਪਸ਼ਨ ਕੀ ਆ? ਇੱਕ ਪਾਰਟ ਆਫ ਇਨਕਮ ਆ, ਕਿਉਂਕਿ ਜਿਹੜੀਆਂ ਆਪਾਂ ਗੁੱਡਸ ਖਰੀਦਦੇ ਆ ਉਹ ਇਨਕਮ ਨਾਲ ਖਰੀਦਦੇ ਆ, ਤਾਂ ਉਹ ਕੀ ਆ? ਕੰਜ਼ੰਪਸ਼ਨ ਕੀ ਆ? ਇਟ ਇਜ਼ ਦਾ ਪਾਰਟ ਆਫ ਇਨਕਮ ਵਿਚ ਇਜ਼ ਸਪੈਂਟ ਬਾਈ ਪੀਪਲਸ on the purchase of goods and services। goods and services ਨੂੰ purchase ਕਰਨ ਦੇ ਉੱਪਰ ਜਿਹੜਾ ਖਰਚ ਕੀਤਾ ਜਾਂਦਾ ਇਨਕਮ ਦਾ ਪਾਰਟ, ਉਸ ਨੂੰ ਆਪਾਂ ਕੀ ਬੋਲਦੇ ਆ? ਕੰਜ਼ੰਪਸ਼ਨ। ਆਪਾਂ ਕੰਜ਼ੰਪਸ਼ਨ ਕਿਉਂ ਕਰਦੇ ਆ? ਹੁਣ ਆਪਾਂ ਆਪਣੀ ਡੇਲੀ ਲਾਈਫ ਦੇ ਵਿੱਚ, ਤੁਸੀਂ ਹੋ, ਮੈਂ, ਬਹੁਤ ਸਾਰੇ ਲੋਕ, ਸਾਰੇ ਹੀ ਲੋਕ ਆਪਣੀ ਡੇਲੀ ਲਾਈਫ ਦੇ ਵਿੱਚ ਬਹੁਤ ਸਾਰੇ ਪ੍ਰੋਡਕਟ, ਗੁੱਡਸ ਐਂਡ ਸਰਵਿਸਿਜ਼ ਯੂਜ਼ ਕਰਦੇ ਆ। ਕਿਉਂ ਯੂਜ਼ ਕਰਦੇ ਆ? ਕਿਉਂਕਿ ਉਹਨਾਂ ਨੂੰ ਯੂਜ਼ ਕਰਕੇ ਸਾਡੀਆਂ ਜਿਹੜੀਆਂ ਵਾਂਟਸ ਹੁੰਦੀਆਂ ਨੇ, ਸਾਡੀਆਂ ਨੀਡਸ ਹੁੰਦੀਆਂ ਨੇ, ਸਾਡੀਆਂ ਜ਼ਰੂਰਤਾਂ ਹੁੰਦੀਆਂ ਨੇ, ਉਹ ਫਿਲਫਿਲ ਹੁੰਦੀਆਂ ਨੇ। ਤਾਂ ਕੰਜ਼ੰਪਸ਼ਨ ਕੀ ਆ? ਡਿਪੈਂਡ, ਜਿਹੜੀ ਕੰਜ਼ੰਪਸ਼ਨ ਆ ਉਹ ਗੁੱਡਸ ਨੂੰ ਕੰਜ਼ਿਊਮ ਕਰਨ ਦੀ, ਜਾਂ ਜਿਨ੍ਹਾਂ ਨਾਲ ਆਪਣੀਆਂ ਨੀਡਸ ਸੈਟਿਸਫਾਈਡ ਹੁੰਦੀਆਂ ਨੇ, ਉਹ ਪਾਵਰ ਨੂੰ ਕੀ ਬੋਲਦੇ ਆ? ਕੰਜ਼ੰਪਸ਼ਨ ਬੋਲਦੇ ਆ। ਹੁਣ ਗੱਲ ਕਰਦੇ ਆ ਕੰਜ਼ੰਪਸ਼ਨ ਦੀ। ਕੰਜ਼ੰਪਸ਼ਨ ਡਿਪੈਂਡ ਕਰਦੀ ਆ ਬਹੁਤ ਸਾਰੇ ਫੈਕਟਰਸ ਦੇ, ਜਿਨ੍ਹਾਂ ਦੇ ਵਿੱਚੋਂ ਫਸਟ ਹੈਗਾ ਵਾ ਡੈਮੋਨਸਟ੍ਰੇਸ਼ਨ ਇਫੈਕਟ, ਸੈਕਿੰਡ ਹੈਗਾ ਪ੍ਰਾਈਸ ਲੈਵਲ ਐਂਡ ਇਨਕਮ। ਪ੍ਰਾਈਸ ਲੈਵਲ ਵੀ ਆ, ਕਈ ਵਾਰ ਜਦੋਂ ਪ੍ਰਾਈਸ ਵੱਧ ਹੁੰਦਾ ਆਪਾਂ ਘੱਟ ਕੰਜ਼ੰਪਸ਼ਨ ਕਰਦੇ ਆ, ਜਦੋਂ ਪ੍ਰਾਈਸ ਘਟ ਜਾਂਦਾ ਆਪਾਂ ਜ਼ਿਆਦਾ ਗੁੱਡਸ ਕੰਜ਼ਿਊਮ ਕਰਦੇ ਆ। ਤੇ ਐਂਡ ਇਨਕਮ ਸਭ ਤੋਂ ਜਿਹੜਾ ਇੰਪੋਰਟੈਂਟ ਇਹਨਾਂ ਤਿੰਨਾਂ ਦੇ ਵਿੱਚੋਂ ਡੈਮੋਨਸਟ੍ਰੇਸ਼ਨ ਇਫੈਕਟ, ਸੈਕਿੰਡ ਪ੍ਰਾਈਸ ਲੈਵਲ, ਥਰਡ ਇਨਕਮ। ਇਨਕਮ ਇਹਨਾਂ ਦੇ ਵਿੱਚੋਂ ਸਭ ਤੋਂ ਮੇਨ ਜਿਹੜਾ ਡਿਟਰਮੀਨੈਂਟ ਆ, ਕਿਉਂਕਿ ਪੂਰੀ ਦੀ ਪੂਰੀ ਅਗਰ ਆਪਾਂ ਗੱਲ ਕਰੀਏ ਕੰਜ਼ੰਪਸ਼ਨ ਦੀ, ਤਾਂ ਉਹ ਮੇਨਲੀ ਡਿਪੈਂਡ ਕਰਦੀ ਆ ਇਨਕਮ ਤੇ, ਕਿਉਂਕਿ ਅਗਰ ਸਾਡੇ ਕੋਲ ਇਨਕਮ ਹੋਊਗੀ ਅਸੀਂ ਕੰਜ਼ੰਪਸ਼ਨ ਵੀ ਤਾਂ ਹੀ ਕਰਦੇ ਆ। ਕੰਜ਼ੰਪਸ਼ਨ ਕੀ ਆ? ਇੱਕ ਫੰਕਸ਼ਨਲ ਰਿਲੇਸ਼ਨਸ਼ਿਪ ਆ। ਫੰਕਸ਼ਨਲ ਰਿਲੇਸ਼ਨਸ਼ਿਪ ਕਿਹਦੇ ਵਿਚਕਾਰ? ਇਨਕਮ ਐਂਡ ਕੰਜ਼ੰਪਸ਼ਨ ਦੇ ਵਿੱਚ। ਤਾਂ ਕੰਜ਼ੰਪਸ਼ਨ ਆਪਾਂ ਕਨਕਲੂਡ ਕਰਕੇ ਇਹੀ ਕਹਿ ਸਕਦੇ ਹਾਂ ਵੀ ਕੰਜ਼ੰਪਸ਼ਨ ਇੱਕ ਤਰ੍ਹਾਂ ਨਾਲ ਇਨਕਮ ਤੇ ਡਿਪੈਂਡ ਕਰਦੀ ਆ। ਕੰਜ਼ੰਪਸ਼ਨ ਆਪਾਂ ਤਾਂ ਕਰਦੇ ਆ ਤਾਂ ਜੋ ਜਿਹੜੀਆਂ ਸਾਡੀਆਂ ਵਾਂਟਸ ਹੁੰਦੀਆਂ ਨੇ, ਨੀਡਸ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਪੂਰਾ ਕਰ ਸਕੀਏ। ਇਜ਼ ਇਟ? ਕੰਜ਼ੰਪਸ਼ਨ ਦੇ ਮੀਨਿੰਗ ਤੋਂ ਬਾਅਦ ਨੈਕਸਟ ਅੱਗੇ ਆ ਜੀ ਕੰਜ਼ੰਪਸ਼ਨ ਫੰਕਸ਼ਨ। ਹੁਣ ਗੱਲ ਕਰਦੇ ਆ ਜਿਹੜਾ ਕੰਜ਼ੰਪਸ਼ਨ ਫੰਕਸ਼ਨ ਆ, ਉਹ ਇਨਕਮ ਤੇ ਲੈਵਲ ਆਫ ਐਕਸਪੈਂਡੀਚਰ, ਜਿਹੜਾ ਇੱਕ ਕੰਟਰੀ ਦੇ ਲੋਕਾਂ ਦੁਆਰਾ ਗੁੱਡਸ ਐਂਡ ਸਰਵਿਸਿਜ਼ ਤੇ ਐਕਸਪੈਂਡੀਚਰ ਕੀਤਾ ਜਾਂਦਾ, ਦੋਨਾਂ ਦੇ ਵਿਚਕਾਰ ਰਿਲੇਸ਼ਨਸ਼ਿਪ ਇਸਟੈਬਲਿਸ਼ ਕਰਦਾ। ਦੁਬਾਰਾ ਤੋਂ ਰਿਪੀਟ ਕਰ ਰਹੀ ਹਾਂ, ਇਨਕਮ ਐਂਡ ਲੈਵਲ ਆਫ ਐਕਸਪੈਂਡੀਚਰ। ਲੈਵਲ ਆਫ ਐਕਸਪੈਂਡੀਚਰ ਕੀ? ਜਿਹੜਾ ਕੰਟਰੀ ਦੇ ਲੋਕਾਂ ਦੁਆਰਾ ਗੁੱਡਸ ਐਂਡ ਸਰਵਿਸਿਜ਼ ਨੂੰ ਬਾਏ ਕਰਨ ਤੇ, ਪਰਚੇਜ਼ ਕਰਨ ਤੇ, ਖਰੀਦਣ ਤੇ ਜਿਹੜਾ ਖਰਚਾ ਕੀਤਾ ਜਾਂਦਾ, ਐਕਸਪੈਂਡੀਚਰ ਕੀਤਾ ਜਾਂਦਾ, ਦੋਨਾਂ ਦੇ ਵਿਚਕਾਰ ਰਿਲੇਸ਼ਨਸ਼ਿਪ ਇਸਟੈਬਲਿਸ਼ ਕਰਦਾ ਵਾ। ਹੁਣ ਕਿਉਂਕਿ ਆਪਣੀ ਸੁਸਾਇਟੀ ਆ, ਚਾਹੇ ਗਰੁੱਪ ਆਫ ਸੁਸਾਇਟੀ ਆ, ਜਾਂ ਕਿਉਂਕਿ ਹਰ ਇੱਕ ਇੰਡੀਵਿਜੂਅਲ ਆਪਣੀ ਇਨਕਮ ਦਾ ਕੁਝ ਹਿੱਸਾ ਆਪਣੀਆਂ ਨੀਡਸ ਨੂੰ ਸੈਟਿਸਫਾਈਡ ਕਰਨ ਦੇ ਜਾਂ ਫੁਲਫਿਲ ਕਰਨ ਤੇ ਜ਼ਰੂਰ ਲਗਾਉਂਦਾ ਹੋਗਾ, ਤਾਂ ਉਹ ਐਕਸਪੈਂਡੀਚਰ ਜਿਹੜਾ ਆਪਣੀ ਗੁੱਡਸ ਐਂਡ ਸਰਵਿਸਿਜ਼ ਨੂੰ ਪਰਚੇਜ਼ ਕਰਨ ਤੇ ਕੀਤਾ ਜਾਂਦਾ, ਉਹਨੂੰ ਆਪਾਂ ਕੀ ਬੋਲਦੇ ਆ? ਕੰਜ਼ੰਪਸ਼ਨ ਐਕਸਪੈਂਡੀਚਰ। ਹੁਣ ਦੇਖੋ, ਕੋਈ ਵੀ ਇੰਡੀਵਿਜੂਅਲ ਆ, ਚਾਹੇ ਤੁਸੀਂ ਹੋ, ਮੈਂ ਆ, ਕੋਈ ਵੀ ਈਚ ਇੰਡੀਵਿਜੂਅਲ ਆਪਣੀ ਇਨਕਮ ਦੇ ਅਕੋਰਡਿੰਗ ਖਰਚਾ ਕਰਦਾ ਵਾ। ਦਾ ਕਪੈਸਿਟੀ ਟੂ ਸਪੈਂਡ depends upon the level of income। ਜਿਹੜੀ ਸਪੈਂਡ ਕਰਨ ਦੀ ਕਪੈਸਿਟੀ ਆ ਉਹ ਕਿਹਦੇ ਉੱਪਰ ਡਿਪੈਂਡ ਕਰਦੀ ਆ? ਲੈਵਲ ਆਫ ਇਨਕਮ। ਹੁਣ ਹਰ ਇੱਕ ਬੰਦਾ ਆਪਣੀ ਇਨਕਮ ਦੇ ਅਕੋਰਡਿੰਗ, ਲਾਈਕ ਤੁਸੀਂ ਕੋਈ ਕੱਪੜਾ ਪਰਚੇਜ਼ ਕਰਦੇ ਹੋ, ਠੀਕ ਆ, ਕੋਈ ਟੀ-ਸ਼ਰਟ ਪਰਚੇਜ਼ ਕਰਦੇ ਹੋ, ਅਕੋਰਡਿੰਗ ਟੂ ਇਨਕਮ ਪਰਚੇਜ਼ ਕਰਦੇ ਹੋ। ਅਗਰ ਤੁਹਾਡੀ ਇਨਕਮ ਜ਼ਿਆਦਾ ਵਾ ਤੁਸੀਂ ਸ਼ੋਰੂਮ ਚੋਂ ਬ੍ਰਾਂਡ ਲੈ ਕੇ ਆਉਂਦੇ ਹੋ, ਅਗਰ ਤੁਹਾਡੀ ਇਨਕਮ ਘੱਟ ਆ ਤੁਸੀਂ ਨਾਰਮਲ ਸ਼ਾਪ ਤੋਂ ਲੈ ਲੈਂਦੇ ਹੋ। ਜਾਂ ਇਸੇ ਤਰ੍ਹਾਂ ਕੋਈ ਮੈਰਿਜ ਕਰਨੀ ਹੈ ਕਿਸੇ ਨੇ, ਆਪਣੀ ਇਨਕਮ ਦੇ ਅਕੋਰਡਿੰਗ ਕੋਈ ਵਧੀਆ ਹੋਟਲ 'ਚ, ਰੈਸਟੋਰੈਂਟ 'ਚ ਕਰਦਾ, 5 ਸਟਾਰ ਹੋਟਲ 'ਚ ਕਰਦਾ ਮੈਰਿਜ, ਕੋਈ ਆਪਣੀ ਕਪੈਸਿਟੀ ਦੇ ਅਕੋਰਡਿੰਗ ਖਰਚਾ ਕਰਦਾ ਵਾ। ਤਾਂ ਹਰੇਕ ਇੰਡੀਵਿਜੂਅਲ ਖਰਚਾ ਕਿਵੇਂ ਕਰਦਾ? ਆਪਣੇ ਲੈਵਲ, ਇਨਕਮ ਦੇ ਲੈਵਲ ਦੇ ਅਕੋਰਡਿੰਗ ਖਰਚਾ ਕਰਦਾ ਵਾ। ਉਹ ਕੀ ਆ? ਕੰਜ਼ੰਪਸ਼ਨ ਫੰਕਸ਼ਨ ਆ। ਕੰਜ਼ੰਪਸ਼ਨ ਫੰਕਸ਼ਨ ਕੀ ਆ? ਰਿਲੇਸ਼ਨਸ਼ਿਪ ਆ ਇਨਕਮ ਐਂਡ ਲੈਵਲ ਆਫ ਐਕਸਪੈਂਡੀਚਰ ਦੇ, ਕਿਉਂਕਿ ਇਨਕਮ ਦੇ ਅਕੋਰਡਿੰਗ ਹੀ ਆਪਾਂ ਐਕਸਪੈਂਡੀਚਰ ਕਰਦੇ ਆ। ਇਜ਼ ਇਟ?
ਆਪਾਂ ਗੱਲ ਕਰ ਰਹੇ ਹਾਂ ਕੰਜੰਪਸ਼ਨ ਐਕਸਪੈਂਡੀਚਰ ਦੀ। ਜਿਹੜਾ ਕੰਜੰਪਸ਼ਨ ਐਕਸਪੈਂਡੀਚਰ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹ ਇਨਕਮ ਤੇ ਡਿਪੈਂਡ ਕਰਦਾ, ਲੈਵਲ ਆਫ ਇਨਕਮ ਤੇ ਡਿਪੈਂਡ ਕਰਦਾ। ਤਾਂ ਜਿਹੜੇ ਇਨਕਮ ਆ ਉਹਦੇ ਵੀ ਅੱਗੋਂ ਕੰਪੋਨੈਂਟਸ ਨੇ, ਮਤਲਬ ਪਾਰਟਸ ਨੇ। ਜਿਹੜੀ ਕੰਜੰਪਸ਼ਨ ਐਕਸਪੈਂਡੀਚਰ ਆ ਉਹ ਡਿਪੈਂਡਸ ਕਰਦਾ ਵਾ ਇਨਕਮ ਦੇ ਕੰਪੋਨੈਂਟਸ ਦੇ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਹੈਗਾ ਡਿਸਪੋਜ਼ਲ ਇਨਕਮ। ਡਿਸਪੋਜ਼ੇਬਲ ਇਨਕਮ ਕੀ ਆ? ਉਹ ਇਨਕਮ ਜਿਹੜੀ ਕੰਜ਼ਿਊਮਰ ਦੇ ਕੋਲ ਟੈਕਸ ਪੇ ਕਰਨ ਤੋਂ ਬਾਅਦ ਜਾਂ ਟੈਕਸ ਡਿਡਕਟ ਕਰਨ ਤੋਂ ਬਾਅਦ ਇਨਕਮ ਬਚ ਜਾਂਦੀ ਆ, that ਇਨਕਮ ਇਜ਼ ਡਿਸਪੋਜ਼ੇਬਲ ਇਨਕਮ। ਤਾਂ ਇਹਦੇ ਤੇ ਵੀ ਡਿਪੈਂਡ ਕਰਦਾ ਕੰਜੰਪਸ਼ਨ। ਇਜ਼ ਇਟ? ਨੈਕਸਟ ਹੈਗਾ ਪਾਸਟ ਸੇਵਿੰਗ। ਕਈ ਵਾਰ ਇਹ ਹੋ ਸਕਦਾ ਵੀ ਕੰਜ਼ਿਊਮਰ ਦੇ ਕੋਲ ਆਪਣੀਆਂ ਪਾਸਟ ਸੇਵਿੰਗ ਪਈਆਂ, ਜਾਂ ਇਸ ਟਾਈਮ ਉਹਦੇ ਕੋਲ ਕੋਈ ਇਨਕਮ ਨਹੀਂ ਹੈਗੀ, ਜਾਂ ਇਨਕਮ ਤਾਂ ਹੈਗੀ ਆ ਬਟ ਉਹਦੀਆਂ ਨੀਡਸ ਨੂੰ ਸੈਟੀਸਫਾਈਡ ਕਰਨ ਦੀ ਜਾਂ ਕੰਜੰਪਸ਼ਨ ਨੂੰ ਸੈਟੀਸਫਾਈਡ ਕਰਨ ਦੇ ਲਈ ਸਫੀਸ਼ੀਐਂਟ ਨਹੀਂ ਹੈਗੀ ਆ, ਤਾਂ ਉਹ ਆਪਣੀਆਂ ਪਾਸਟ ਸੇਵਿੰਗ ਯੂਜ਼ ਕਰਕੇ ਵੀ ਕੰਜੰਪਸ਼ਨ ਦੇ ਲੈਵਲ ਨੂੰ ਵਧਾ ਸਕਦਾ ਵਾ। ਇਜ਼ ਇਟ? ਨੈਕਸਟ ਹੈਗਾ ਥਰਡ ਪੁਆਇੰਟ, ਰੇਟ ਆਫ ਇੰਟਰਸਟ। ਰੇਟ ਆਫ ਇੰਟਰਸਟ ਵੀ ਇਨਕਮ ਜਾਂ ਕੰਜੰਪਸ਼ਨ ਦੇ ਲੈਵਲ ਨੂੰ ਅਫੈਕਟ ਕਰਦਾ ਵਾ। ਅਗਰ ਰੇਟ ਆਫ ਇੰਟਰਸਟ ਇਨਕਰੀਜ਼ ਹੋਊਗਾ ਤਾਂ ਕੰਜ਼ਿਊਮਰ ਮੋਰ ਐਂਡ ਮੋਰ ਜਿਹੜੀ ਸੇਵਿੰਗਸ ਕਰੂਗਾ ਤੇ ਕੰਜੰਪਸ਼ਨ ਲੈਸ ਕਰੂਗਾ। ਬਾਕੀ ਨੈਕਸਟ ਹੈ ਵਾਈਸ ਵਰਸਾ ਵਾ, ਅਗਰ ਉਹਨੂੰ ਰੇਟ ਆਫ ਇੰਟਰਸਟ ਘੱਟ ਮਿਲੂਗਾ ਜਾਂ ਡਿਕਰੀਜ਼ ਹੋਊਗਾ ਤਾਂ ਕੰਜ਼ਿਊਮਰ ਸੇਵਿੰਗ ਨਹੀਂ ਕਰੂਗਾ, ਕੰਜੰਪਸ਼ਨ ਕਰੂਗਾ। ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਆਪਣੀ ਇਨਕਮ ਆ ਉਹ ਡਿਪੈਂਡ ਕਰਦੀ ਆ ਕੰਜੰਪਸ਼ਨਸ ਤੇ। ਇਨਕਮ ਦੇ ਨਾਲ ਹੀ ਕੰਜੰਪਸ਼ਨ ਹੁੰਦੀ ਆ। ਅਗਰ ਇਨਕਮ ਜ਼ਿਆਦਾ ਹੋਊਗੀ ਕੰਜੰਪਸ਼ਨ ਵੀ ਜ਼ਿਆਦਾ ਹੋਊਗੀ, ਅਗਰ ਇਨਕਮ ਘੱਟ ਹੋਊਗੀ ਤਾਂ ਜਿਹੜਾ ਲੈਵਲ ਆਫ ਐਕਸਪੈਂਡੀਚਰ ਆ ਉਹ ਵੀ ਘੱਟ ਹੋਊਗਾ। ਤਾਂ ਆਪਾਂ ਇਹਨੂੰ ਵਿਦ ਦਾ ਹੈਲਪ ਆਫ, ਅਗਰ ਆਪਾਂ ਗੱਲ ਕਰੀਏ ਇਸ ਚੀਜ਼ ਨੂੰ ਵਿਦ ਦਾ ਹੈਲਪ ਆਫ ਓਕੇਸ਼ਨ ਵੀ ਇਕੁਏਸ਼ਨ ਬਣਾ ਕੇ ਵੀ ਐਕਸਪ੍ਰੈਸ ਕਰ ਸਕਦੇ ਹਾਂ, ਜਿਸ ਤਰ੍ਹਾਂ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ C equal to F and Y। C for consumption function, C for consumption, F for function ਆ, ਕਿਹਦਾ ਫੰਕਸ਼ਨ ਆ? ਇਨਕਮ ਦਾ। Y means ਇਨਕਮ। ਤਾਂ ਜਿਹੜਾ ਇਹ ਕਨਸੈਪਟ ਸੀ ਇਹ ਕੇਨਜ਼ ਨੇ ਦਿੱਤਾ ਸੀ, ਜਿਹਦੇ ਅਕੋਰਡਿੰਗ ਕਿਹਾ ਸੀ ਵੀ ਜਿਹੜੀ ਕੰਜੰਪਸ਼ਨ ਆ ਉਹ ਫੰਕਸ਼ਨ ਕਿਹਦਾ ਵਾ? ਇਨਕਮ ਦਾ, ਕਿਉਂਕਿ ਡਿਪੈਂਡ ਕਰਦੀ ਆ ਇਨਕਮ ਦੀ। ਜੇ ਅਗਰ ਇਨਕਮ ਵੱਧ ਹੋਊਗੀ ਤਾਂ ਲੈਵਲ ਆਫ ਐਕਸਪੈਂਡੀਚਰ ਵੀ ਜ਼ਿਆਦਾ ਹੋਊਗਾ, ਅਗਰ ਇਨਕਮ ਘੱਟ ਹੋਊਗੀ ਤਾਂ ਆਪਣੀਆਂ ਜਿਹੜੀਆਂ ਬੇਸਿਕ ਨੀਡਸ ਨੇ ਆਪਾਂ ਉਹੀ ਕੰਜ਼ੰਪਸ਼ਨ ਕਰਾਂਗੇ, ਇਸ ਤੋਂ ਬਿਨਾ ਹੋਰ ਨਹੀਂ ਕਰਾਂਗੇ। ਇਜ਼ ਇਟ? ਨੈਕਸਟ ਅੱਗੇ ਹੈ ਜੀ ਕੰਜੰਪਸ਼ਨ ਫੰਕਸ਼ਨ ਔਰ ਪ੍ਰੋਪਨਸਿਟੀ ਟੂ ਕੰਜ਼ਿਊਮ। Keynes economics ਦੇ according propensity to consume is used for consumption function। ਮਤਲਬ ਆਪਾਂ propensity to consume ਜਾਂ consumption function ਦੋਨੋਂ ਹੀ ਇੱਕ same word ਦੀ ਤਰ੍ਹਾਂ use ਕਰ ਸਕਦੇ ਹਾਂ। ਦੋਨੋਂ ਹੀ define ਕਰਦੇ ਆ, ਚਾਹੇ propensity to consume ਆ ਚਾਹੇ consumption function ਆ, ਦੋਨੋਂ ਹੀ consumption and income ਦੇ ਵਿਚਕਾਰ relationship ਨੂੰ define ਕਰਦੇ ਆ। But professor ਕੁਰੀਹਾਰਾ ਦੇ according ਦੋਨਾਂ ਦੇ ਵਿਚਕਾਰ distinction ਆ। ਜਿਹੜੀ ਪ੍ਰੋਪਨਸਿਟੀ ਟੂ ਕੰਜ਼ਿਊਮ ਆ ਜਾਂ ਕੰਜੰਪਸ਼ਨ ਫੰਕਸ਼ਨ ਆ, ਕੰਜੰਪਸ਼ਨ ਫੰਕਸ਼ਨ ਸਾਨੂੰ ਰਿਪਰੈਜ਼ੈਂਟ ਕਰਦਾ ਵੀ ਕਿਹੜੇ ਕਿਹੜੇ ਕੰਜੰਪਸ਼ਨ ਅਸੀਂ ਐਕਸਪੈਂਡੀਚਰ ਕਰਦੇ ਆ ਐਟ ਦਾ ਲੈਵਲ ਆਫ ਇਨਕਮ। ਬਟ ਪ੍ਰੋਪਨਸਿਟੀ ਟੂ ਕੰਜ਼ਿਊਮ ਕੀ ਆ? ਇੱਕ ਤਰ੍ਹਾਂ ਦਾ ਸ਼ਡਿਊਲ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਟੇਬਲ ਜਾਂ ਸ਼ਡਿਊਲ ਦੇ ਵਿੱਚ ਰਿਪਰੈਜ਼ੈਂਟ ਕੀਤਾ ਕੰਜੰਪਸ਼ਨ ਐਕਸਪੈਂਡੀਚਰ ਐਟ ਡਿਫਰੈਂਟ ਲੈਵਲ ਆਫ ਇਨਕਮ, ਜਿਹਦੇ ਵਿੱਚ ਕੰਜੰਪਸ਼ਨ ਦਾ ਐਕਸਪੈਂਡੀਚਰ ਡਿਫਰੈਂਟ ਲੈਵਲ ਤੇ ਇਨਕਮ ਦੇ ਦੁਆਰਾ ਦੱਸਿਆ ਗਿਆ ਵਾ। ਜਿਸ ਤਰ੍ਹਾਂ ਸ਼ਡਿਊਲ ਤੁਹਾਡੇ ਸਾਹਮਣੇ ਸ਼ੋ ਹੋ ਰਿਹਾ ਵੀ ਇਨਕਮ ਆ ਐਂਡ ਇੱਕ ਕੰਜੰਪਸ਼ਨ ਪਾਰਟ ਆ, ਇੱਕ ਸੇਵਿੰਗ ਆ ਟੇਬਲ ਦੇ ਵਿੱਚ। ਜਦੋਂ ਆਪਣੀ ਇਨਕਮ ਜ਼ੀਰੋ ਹੁੰਦੀ ਆ ਤਾਂ ਕੰਜੰਪਸ਼ਨ ਆਪਾਂ ਜ਼ਰੂਰ ਕਰਦੇ ਹਾਂ, ਜਿਸ ਤਰ੍ਹਾਂ ਆਪਾਂ ਨੂੰ ਕੋਈ ਐਟ ਦਾ ਲੈਵਲ ਆਫ ਐਗਜ਼ਿਸਟਿੰਗ ਆਪਾਂ ਨੂੰ ਕੋਈ ਇਨਕਮ ਨਹੀਂ, ਬਟ ਪਹਿਲਾਂ ਵੀ ਆਪਾਂ ਪੜ੍ਹਿਆ ਵੀ ਆਪਾਂ ਆਪਣੀਆਂ ਪਾਸਟ ਸੇਵਿੰਗ ਯੂਜ਼ ਕਰਕੇ ਆਪਾਂ ਕੋਈ ਨਾ ਕੋਈ ਕੰਜੰਪਸ਼ਨ ਕਰਦੇ ਹਾਂ, ਕਿਉਂਕਿ ਅਗਰ ਆਪਣੇ ਕੋਲ ਇਨਕਮ ਨਹੀਂ ਹੈਗੀ ਆਪਾਂ ਆਪਣੇ ਜਿਹੜੀਆਂ ਬੇਸਿਕ ਨੀਡਸ ਨੇ, ਰੋਟੀ ਹੋ ਗਈ, ਉਹ ਆਪਣੀਆਂ ਨੀਡਸ ਨੂੰ ਫੁਲਫਿਲ ਕਰਨ ਦੇ ਲਈ ਕੰਜੰਪਸ਼ਨ ਜ਼ਰੂਰ ਕਰਦੇ ਆ, ਤਾਂ ਉਸ ਲੈਵਲ ਉੱਪਰ ਆਪਣੀਆਂ ਸੇਵਿੰਗਸ ਮਾਈਨਸ 'ਚ ਚਲੀਆਂ ਜਾਂਦੀਆਂ, ਜਾਂ ਕਿਸੇ ਤੋਂ ਆਪਾਂ ਲੋਨ ਲੈ ਕੇ ਪੈਸੇ ਉਧਾਰ ਲੈ ਕੇ ਕੰਜੰਪਸ਼ਨ ਕਰਦੇ ਆ ਤਾਂ ਆਪਣੀਆਂ ਸੇਵਿੰਗ ਮਾਈਨਸ 'ਚ ਚਲੀਆਂ ਜਾਂਦੀਆਂ। ਜਦੋਂ ਇਨਕਮ 10,000 ਹੋ ਜਾਂਦੀ ਹੈ, ਆਪਣੀ ਪੂਰੀ ਦੀ ਪੂਰੀ ਕੰਜੰਪਸ਼ਨ ਆਪਣੀਆਂ ਬੇਸਿਕ ਨੀਡਸ ਹੀ ਪੂਰੀਆਂ ਹੁੰਦੀਆਂ ਤਾਂ ਸੇਵਿੰਗਸ ਆਪਣੀਆਂ ਬਿਲਕੁਲ ਨਹੀਂ ਹੁੰਦੀਆਂ। ਅਗਰ ਇਨਕਮ ਵੱਧ ਜਾਂਦੀ ਹੈ ਤਾਂ ਆਪਣੀ ਕੰਜੰਪਸ਼ਨ ਵੀ ਵੱਧ ਜਾਂਦੀ ਹੈ, ਪਰ ਆਪਾਂ ਥੋੜਾ ਪਾਰਟ ਸੇਵਿੰਗ ਕਰਦੇ ਹਾਂ। ਲਾਈਕ ਆਪਣੀ 30,000 ਇਨਕਮ ਸੀ, ਆਪਾਂ 20,000 ਕੰਜੰਪਸ਼ਨ ਕਰਦੇ ਹਾਂ, 10,000 ਸੇਵਿੰਗਸ ਕਰਦੇ ਹਾਂ। ਜਦੋਂ 40,000 ਇਨਕਮ
ਇਨਕਮ ਹੋ ਜਾਂਦੀ ਆ ਆਪਾਂ ਕੰਜ਼ੰਪਸ਼ਨ ਵੱਧ ਜਾਂਦੀ ਆ ਉਹ ਤਾਂ ਆਬਵੀਅਸ ਗੱਲ ਆ ਜਦੋਂ ਆਪਣੀ ਇਨਕਮ ਵੱਧ ਜਾਂਦੀ ਆ ਆਪਾਂ ਥੋੜਾ ਜਿਹਾ ਕੰਜ਼ੰਪਸ਼ਨ ਜ਼ਿਆਦਾ ਕਰਦੇ ਆ ਮਤਲਬ ਆਪਣੀ ਇਨਕਮ ਵੱਧਦਾ ਆਪਾਂ ਥੋੜੀਆਂ ਲਗਜ਼ਰੀ ਆਈਟਮਸ ਖਰੀਦਣਾ ਸਟਾਰਟ ਕਰ ਦਿੰਦੇ ਆ ਜਿਸ ਤਰ੍ਹਾਂ ਪਹਿਲਾਂ ਆਪਣੀ ਇਨਕਮ ਘੱਟ ਹੁੰਦੀ ਆ ਆਪਣਾ ਫੈਨ ਯੂਜ਼ ਕਰਦੇ ਆ ਦੈਨ ਥੋੜੀ ਜਿਹੀ ਵੱਧ ਜਾਂਦੀ ਆ ਆਪਾਂ ਕੂਲਰ ਅਫੋਰਡ ਕਰ ਸਕਦੇ ਆ ਦੈਨ ਉਸ ਤੋਂ ਜ਼ਿਆਦਾ ਹੋ ਜਾਂਦੀ ਆ ਤਾਂ ਲਗਜ਼ਰੀ ਆਈਟਮ ਮਤਲਬ ਏਸੀ ਯੂਜ਼ ਕਰਦੇ ਆ ਤਾਂ ਇਸ ਤਰ੍ਹਾਂ ਕੀ ਆ ਵੀ ਇਨਕਮ ਐਂਡ ਪ੍ਰੋਪੈਂਸਿਟੀ ਟੂ ਕੰਜ਼ਿਊਮ ਆਪਾਂ ਨੂੰ ਇਹੀ ਸ਼ੋ ਕਰ ਰਹੀ ਆ ਵੀ ਇਨਕਮ ਐਂਡ ਐਕਸਪੈਂਡੀਚਰ ਦੋਨਾਂ ਦੇ ਵਿਚਕਾਰ ਰਿਲੇਸ਼ਨਸ਼ਿਪ ਨੂੰ ਸ਼ੋ ਕਰ ਰਹੀ ਆ ਜਿਸ ਤਰ੍ਹਾਂ ਤੁਹਾਨੂੰ ਟੇਬਲ ਦੇ ਵਿੱਚ ਵੀ ਸ਼ੋ ਹੋ ਰਿਹਾ ਵਾ ਵੀ ਐਟ ਦਾ ਡਿਫਰੈਂਟ ਲੈਵਲ ਆਫ ਇਨਕਮ ਤਾਂ ਆਪਣਾ ਐਕਸਪੈਂਡੀਚਰ ਕਿੰਨਾ ਡਿਫਰੈਂਟ ਆ ਉਸ ਬਾਰੇ ਸ਼ੋ ਕਰਦੀ ਆ ਇਜ਼ ਇਟ ਬਾਕੀ ਆਪਾਂ propensity to consume ਦੇ ਨੈਕਸਟ ਅੱਗੇ ਫੀਚਰਸ ਨੇ ਐਂਡ ਕਿਹੜੇ ਕਿਹੜੇ ਫੈਕਟਰ propensity to consume ਨੂੰ ਅਫੈਕਟ ਕਰਦੇ ਨੇ ਐਂਡ propensity to consume ਦਾ ਕ੍ਰਿਟਿਸਿਜ਼ਮ ਉਹ ਆਪਾਂ ਆਪਣੇ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਥੈਂਕ ਯੂ